ਸਤਿ ਸ਼੍ਰੀ ਅਕਾਲ ਜੀ। ਲੈ ਕੇ ਆਏ ਜੀ ਅੱਜ ਇੱਕ ਹੋਰ ਨਵੀਂ ਕਹਾਣੀ। ਮੇਰੀ ਗੁਆਂਢਣ ਬਹੁਤ ਹੀ ਖੂਬਸੂਰਤ ਤੇ ਜਵਾਨ ਸੀ ਤੇ ਇੱਕ ਦਿਨ ਉਹ ਆਪਣੀ ਜਵਾਨ ਕੁੜੀ ਨੂੰ ਸਾਡੇ ਘਰ ਛੱਡ ਕੇ ਚਲੀ ਗਈ ਕਿਉਂਕਿ ਉਸਨੇ ਸ਼ਹਿਰ ਜਾਣਾ ਸੀ ਤੇ ਉਸਨੂੰ ਸ਼ਹਿਰ ਵਿੱਚ ਜ਼ਰੂਰੀ ਕੰਮ ਸੀ। ਉਹਦੀ ਕੁੜੀ ਵੀ ਬਹੁਤ ਜ਼ਿਆਦਾ ਸੋਹਣੀ ਸੀ। ਜਦੋਂ ਮੈਂ ਉਸਦੀ ਜਵਾਨ ਕੁੜੀ ਨੂੰ ਦੇਖਿਆ ਤਾਂ ਮੇਰੀ ਨੀਅਤ ਗੰਦੀ ਹੋ ਗਈ ਤੇ ਮੇਰੇ ਤੋਂ ਆਪਣੇ ਆਪ ਤੇ ਕੰਟਰੋਲ ਨਾ ਹੋਇਆ। ਫਿਰ ਇੱਕ ਰਾਤ ਨੂੰ ਮੇਰੀ ਘਰਵਾਲੀ ਬਿਮਾਰ ਹੋ ਗਈ। ਮੈਂ ਉਸ ਨੂੰ ਹਸਪਤਾਲ ਲੈ ਕੇ ਚਲਾ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਦਾਖਲ ਕਰਨਾ ਪਵੇਗਾ। ਮੈਂ ਵੀ ਚਾਹੁੰਦਾ ਸੀ ਕਿ ਮੇਰੀ ਘਰਵਾਲੀ ਕਿਸੇ ਦਿਨ ਘਰੋਂ ਬਾਹਰ ਚਲੀ ਜਾਵੇ ਤੇ ਮੈਂ ਘਰ ਵਿੱਚ ਇਕੱਲਾ ਹੀ ਹੋਵਾਂ ਤਾਂ ਜੋ ਮੈਂ ਮੌਕੇ ਦਾ ਫਾਇਦਾ ਉਠਾ ਸਕਾਂ। ਮੈਂ ਆਪਣੀ ਘਰਵਾਲੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤੇ ਉਸ ਨੂੰ ਕਿਹਾ ਕਿ ਮੈਂ ਘਰੋਂ ਖਾਣਾ ਬਣਾ ਕੇ ਲਿਆਉਣਾ ਹਾਂ ਤੇ ਨਾਲੇ ਪੈਸਿਆਂ ਦੀ ਜ਼ਰੂਰਤ ਹੈ ਤੇ ਮੈਂ ਉਹ ਵੀ ਲੈ ਆਵਾਂ। ਉਹ ਕੁੜੀ ਸਾਡੇ ਘਰ ਵਿੱਚ ਹੀ ਸੀ। ਮੈਂ ਵੀ ਚਾਹੁੰਦਾ ਸੀ ਕਿ ਹੁਣ ਉਹ ਕੁੜੀ ਘਰ ਵਿੱਚ ਇਕੱਲੀ ਹੈ, ਇਸ ਲਈ ਮੈਂ ਹਸਪਤਾਲ ਤੋਂ ਜਲਦੀ ਘਰ ਵਾਪਸ ਆ ਗਿਆ। ਜਦੋਂ ਮੈਂ ਘਰ ਆਇਆ ਤਾਂ ਉਹ ਕਮਰੇ ਵਿੱਚ ਸੀ। ਮੈਂ ਵੀ ਉਸੇ ਕਮਰੇ ਵਿੱਚ ਹੀ ਚਲਾ ਗਿਆ। ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਮੇਰੇ ਤਾਂ ਪੈਰਾਂ ਹੇਠੋਂ ਹੀ ਜ਼ਮੀਨ ਨਿਕਲ ਗਈ। ਉਸ ਕੁੜੀ ਨੇ ਤਾਂ ਮੇਰੇ ਸਾਹਮਣੇ ਸਾਡੀ ਗੁਆਂਢਣ ਸਾਡੀ ਪਿਛਲੀ ਗਲੀ ਦੇ ਵਿੱਚ ਹੀ ਸਾਡੇ ਘਰ ਦੇ ਪਿੱਛੇ ਰਹਿੰਦੀ ਸੀ ਤੇ ਉਸ ਦਾ ਮੇਰੀ ਘਰਵਾਲੀ ਦੇ ਨਾਲ ਚੰਗਾ ਰਿਸ਼ਤਾ ਬਣਿਆ ਹੋਇਆ ਸੀ। ਉਹ ਆਪਣੀ ਸਕੀਆਂ ਭੈਣਾਂ ਨਾਲੋਂ ਵੀ ਇੱਕ ਦੂਜੀ ਨਾਲ ਵੱਧ ਵਰਤਦੀਆਂ ਸੀ ਤੇ ਹਰ ਦੁੱਖ ਸੁੱਖ ਵਿੱਚ ਇੱਕ ਦੂਜੀ ਦਾ ਸਾਥ ਦਿੰਦੀਆਂ ਸੀ। ਸਾਡੀ ਗੁਆਂਢਣ ਨੂੰ ਕਿਸੇ ਕੰਮ ਕਰਕੇ 2 ਦਿਨਾਂ ਦੇ ਲਈ ਬਾਹਰ ਜਾਣਾ ਪਿਆ ਤੇ ਉਹ ਆਪਣੀ ਕੁੜੀ ਨੂੰ ਸਾਡੇ ਘਰ ਛੱਡ ਕੇ ਚਲੀ ਗਈ ਕਿਉਂਕਿ ਕੁੜੀ ਦੇ ਪੇਪਰ ਚੱਲ ਰਹੇ ਸੀ ਤੇ ਉਹ ਉਸ ਨੂੰ ਨਾਲ ਨਹੀਂ ਸੀ ਲੈ ਕੇ ਜਾ ਸਕਦੀ ਤੇ ਉਸ ਦਾ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ। ਸ਼ਾਇਦ ਉਹਨਾਂ ਦੀ ਕੋਈ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਸੀ। ਉਸ ਦੀ ਕੁੜੀ ਵੀ ਉਸੇ ਤਰ੍ਹਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਤੇ ਜਵਾਨ ਸੀ। ਉਸ ਦੀ ਕੁੜੀ ਦੀ ਜਵਾਨੀ ਡੁੱਲ ਡੁੱਲ ਕੇ ਪੈਂਦੀ ਸੀ। ਉਸ ਦਾ ਗੁੰਦਵਾਂ ਸਰੀਰ ਨੂੰ ਦੇਖ ਕੇ ਮੇਰੇ ਤੋਂ ਆਪਣੇ ਆਪ ਤੇ ਕੰਟਰੋਲ ਨਾ ਹੋ ਸਕਿਆ। ਉਹ ਗਰੀਬ ਸੀ ਪਰ ਉਸ ਦਾ ਹੁਸਨ ਉਸ ਦੀ ਗਰੀਬੀ ਨੂੰ ਲੁਕੋ ਰਿਹਾ ਸੀ। ਉਹ ਇੰਨੀ ਜ਼ਿਆਦਾ ਸੋਹਣੀ ਸੀ ਕਿ ਮੈਂ ਆਪਣੇ ਸ਼ਬਦਾਂ ਵਿੱਚ ਵੀ ਨਹੀਂ ਬਿਆਨ ਕਰ ਸਕਦੀ। ਕਿਸੇ ਨੂੰ ਇੰਨੀ ਖੂਬਸੂਰਤੀ ਮਿਲਣਾ ਇਹ ਵੀ ਕਿਸੇ ਖੁਸ਼ਕਿਸਮਤ ਦੇ ਹੀ ਨਸੀਬ ਵਿੱਚ ਹੁੰਦਾ ਹੈ। ਮੈਂ ਤਾਂ ਉਸ ਦੇ ਹੁਸਨ ਨੂੰ ਦੇਖ ਕੇ ਪੂਰੀ ਤਰ੍ਹਾਂ ਪਾਗਲ ਹੋ ਗਿਆ ਸੀ। ਉਹ ਕੁੜੀ ਜਦੋਂ ਸਾਡੇ ਘਰ ਵਿੱਚ ਸੀ ਤਾਂ ਮੈਂ ਆਪਣੇ ਘਰ ਵਾਲੀ ਦੇ ਦੁੱਧ ਵਿੱਚ ਰਾਤ ਨੂੰ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਤੇ ਉਹੀ ਦੁੱਧ ਮੈਂ ਆਪਣੀ ਘਰ ਵਾਲੀ ਨੂੰ ਪਿਆ ਦਿੱਤਾ। ਜਦੋਂ ਮੇਰੀ ਘਰ ਵਾਲੀ ਨੇ ਉਹ ਦੁੱਧ ਪੀ ਲਿਆ ਤਾਂ ਉਸ ਨੂੰ ਥੋੜੇ ਟਾਈਮ ਬਾਅਦ ਹੀ ਗਹਿਰੀ ਨੀਂਦ ਆ ਗਈ। ਜਦੋਂ ਮੇਰੀ ਘਰ ਵਾਲੀ ਸੌਂ ਗਈ ਤਾਂ ਮੈਂ ਉੱਠ ਕੇ ਉਸ ਕੁੜੀ ਦੇ ਕਮਰੇ ਵਿੱਚ ਚਲਾ ਗਿਆ। ਫਿਰ ਮੈਂ ਉਸ ਦੇ ਨਾਲ ਜੋ ਕੀਤਾ। ਸੋਹਣੀ ਔਰਤ ਵੀ ਹਮੇਸ਼ਾ ਇੱਕ ਮਰਦ ਦੀ ਕਮਜ਼ੋਰੀ ਹੁੰਦੀ ਹੈ ਜਿਸ ਨੂੰ ਉਹ ਨਾ ਚਾਹੁੰਦੇ ਹੋਏ ਵੀ ਉਸ ਦੇ ਵੱਲ ਖਿੱਚਿਆ ਚਲਾ ਜਾਂਦਾ ਤੇ ਫਿਰ ਖੂਬਸੂਰਤ ਕੁੜੀਆਂ ਦੀ ਤਾਂ ਗੱਲ ਹੀ ਵੱਖਰੀ ਹੁੰਦੀ ਹੈ। ਉੱਪਰੋਂ ਚੜ੍ਹਦੀ ਜਵਾਨੀ ਤੇ ਹੁਸਨ ਵੀ ਠਾਠਾ ਮਾਰਦਾ ਸੀ। ਜਿਹੜੀਆਂ ਔਰਤਾਂ ਜ਼ਿਆਦਾ ਸੋਹਣੀਆਂ ਹੁੰਦੀਆਂ ਹਨ ਉਹਨਾਂ ਵੱਲ ਤਾਂ ਮਰਦਾਂ ਦਾ ਨਾ ਚਾਹੁੰਦੇ ਹੋਏ ਵੀ ਧਿਆਨ ਖਿੱਚਿਆ ਜਾਂਦਾ ਹੈ। ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ। ਸਾਡੀ ਗੁਆਂਢਣ ਬਹੁਤ ਹੀ ਜ਼ਿਆਦਾ ਸੋਹਣੀ ਤੇ ਸੁਨੱਖੀ ਸੀ। ਮੈਂ ਤਾਂ ਆਪਣੇ ਦਿਮਾਗ ਵਿੱਚ ਇਹੀ ਸੋਚਦਾ ਰਹਿੰਦਾ ਸੀ ਕਿ ਕਿਸੇ ਨਾ ਕਿਸੇ ਬਹਾਨੇ ਨਾਲ ਮੈਂ ਉਸ ਦੇ ਨਾਲ ਗੱਲ ਕਰਾਂ, ਪਰ ਮੈਂ ਆਪਣੀ ਘਰਵਾਲੀ ਤੋਂ ਡਰਦਾ ਸੀ। ਮੇਰੀ ਘਰਵਾਲੀ ਬਹੁਤ ਹੀ ਸ਼ੱਕੀ ਕਿਸਮ ਦੀ ਔਰਤ ਸੀ। ਉਹ ਮੈਨੂੰ ਜ਼ਿਆਦਾ ਔਰਤਾਂ ਨਾਲ ਗੱਲਬਾਤ ਨਹੀਂ ਸੀ ਕਰਨ ਦਿੰਦੀ। ਮੈਂ ਹਮੇਸ਼ਾ ਹੀ ਆਪਣੇ ਦਿਮਾਗ ਵਿੱਚ ਇਹੀ ਸੋਚਦਾ ਸੀ ਕਿ ਕਿਤੇ ਨਾ ਕਿਤੇ ਮੈਨੂੰ ਇਕੱਲੇ ਨੂੰ ਮੌਕਾ ਮਿਲ ਜਾਵੇ ਤੇ ਮੈਂ ਆਪਣੀ ਗੁਆਂਢਣ ਨਾਲ ਆਪਣੇ ਦਿਲ ਦੀ ਗੱਲ ਕਰ ਸਕਾਂ। ਫਿਰ ਇੱਕ ਦਿਨ ਜਦੋਂ ਉਸ ਨੂੰ ਕਿਸੇ ਜ਼ਰੂਰੀ ਕੰਮ ਦੇ ਲਈ ਰਿਸ਼ਤੇਦਾਰੀ ਵਿੱਚ ਜਾਣਾ ਪਿਆ ਤੇ ਉਹ ਆਪਣੀ ਜਵਾਨ ਕੁੜੀ ਨੂੰ ਸਾਡੇ ਘਰ ਛੱਡ ਕੇ ਚਲੀ ਗਈ। ਉਹ ਆਪਣੀ ਕੁੜੀ ਨਾਲ ਨਹੀਂ ਸੀ ਲਿਜਾ ਸਕਦੀ ਕਿਉਂਕਿ ਉਸ ਦੀ ਕੁੜੀ ਦੇ ਸਕੂਲ ਵਿੱਚ ਪੇਪਰ ਚੱਲ ਰਹੇ ਸੀ। ਮੇਰੇ ਲਈ ਤਾਂ ਇਹ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ। ਉਸ ਦੀ ਕੁੜੀ ਤਾਂ ਉਸ ਤੋਂ ਵੀ ਜ਼ਿਆਦਾ ਸੋਹਣੀ ਸੀ। ਉਸ ਦੀ 18 ਸਾਲਾਂ ਦੀ ਕੁੜੀ ਜਿਸ ਦਾ ਨਾਮ ਕੋਮਲ ਸੀ, ਉਸ ਨੂੰ ਦੇਖ ਕੇ ਤਾਂ ਮੇਰੇ ਅੰਦਰ ਹਲਚਲ ਜਿਹੀ ਮੱਚ ਗਈ। ਮੈਂ ਜਦੋਂ ਘਰ ਆਉਂਦਾ ਤਾਂ ਉਹ ਮੇਰੇ ਅੱਗੇ ਪਿੱਛੇ ਹੀ ਘੁੰਮਦੀ ਰਹਿੰਦੀ। ਕਦੇ ਮੈਨੂੰ ਪਾਣੀ ਦਿੰਦੀ ਤੇ ਕਦੇ ਮੇਰੇ ਕੋਲ ਆ ਕੇ ਬੈਠ ਜਾਂਦੀ, ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ। ਉਹ ਮੇਰੇ ਜਦੋਂ ਨੇੜੇ ਆਉਂਦੀ ਤਾਂ ਮੇਰਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਸੀ। ਮੇਰਾ ਤਾਂ ਬੁਰਾ ਹਾਲ ਹੋ ਜਾਂਦਾ ਸੀ। ਮੈਨੂੰ ਨਹੀਂ ਪਤਾ ਸੀ ਕਿ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ, ਪਰ ਮੇਰੇ ਦਿਮਾਗ ਵਿੱਚ ਜੋ ਚੱਲ ਰਿਹਾ ਸੀ ਉਹ ਤਾਂ ਮੈਂ ਕਿਸੇ ਨੂੰ ਦੱਸ ਨਹੀਂ ਸੀ ਸਕਦਾ। ਫਿਰ ਮੈਂ ਆਪਣੇ ਦਿਮਾਗ ਵਿੱਚ ਉਸ ਦੇ ਨੇੜੇ ਜਾਣ ਦੇ ਆਈਡੀਏ ਸੋਚਣ ਲੱਗਾ। ਉਸ ਨੂੰ ਸਾਡੇ ਘਰ ਆਈ ਹੋਈ ਨੂੰ ਹਜੇ 2 ਦਿਨ ਹੀ ਹੋਏ ਸੀ
ਤੇ ਉਹ ਸਾਡੇ ਘਰ ਵਿੱਚ ਇਸ ਤਰ੍ਹਾਂ ਰਹਿ ਰਹੀ ਸੀ ਜਿਵੇਂ ਉਹ ਕਾਫੀ ਲੰਬੇ ਟਾਈਮ ਤੋਂ ਹੀ ਇੱਥੇ ਰਹਿੰਦੀ ਹੋਵੇ, ਕਿਉਂਕਿ ਉਹ ਮੇਰੀ ਘਰ ਵਾਲੀ ਨੂੰ ਆਂਟੀ ਕਹਿ ਕੇ ਬੁਲਾਉਂਦੀ ਸੀ ਤੇ ਉਹ ਉਸ ਦੇ ਨਾਲ ਵੀ ਚੰਗੀ ਤਰ੍ਹਾਂ ਘੁਲ ਮਿਲ ਗਈ ਸੀ। ਉਹ ਮੈਨੂੰ ਅੰਕਲ ਅੰਕਲ ਕਹਿੰਦੀ ਨਹੀਂ ਸੀ ਥੱਕਦੀ। ਮੈਂ ਵੀ ਉਸ ਨੂੰ ਬਹੁਤ ਪਿਆਰ ਨਾਲ ਬੁਲਾਉਂਦਾ ਸੀ। ਮੈਨੂੰ ਤਾਂ ਉਸਦੀ ਖੂਬਸੂਰਤੀ ਨੇ ਪਾਗਲ ਕਰ ਦਿੱਤਾ ਸੀ। ਸਾਡੀ ਉਮਰ ਦਾ 10 ਕੁ ਸਾਲਾਂ ਦਾ ਹੀ ਫਰਕ ਸੀ ਤੇ ਮੈਂ ਵੀ ਜਵਾਨ ਸੀ। ਮੈਂ ਤਾਂ ਇੰਨੀ ਸੋਹਣੀ ਕੁੜੀ ਹਜੇ ਤੱਕ ਨਹੀਂ ਸੀ ਦੇਖੀ। ਉਹ ਸੋਹਣੀ ਹੋਣ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਸਮਝਦਾਰ ਵੀ ਸੀ। ਉਹ ਜਦੋਂ ਹੀ ਸਾਡੇ ਘਰ ਆਈ ਤਾਂ ਉਸਨੇ ਸਾਡੇ ਘਰ ਵਿੱਚ ਇਸ ਤਰ੍ਹਾਂ ਕੰਮ ਕਰਦੀ ਸੀ ਜਿਵੇਂ ਉਹ ਆਪਣੇ ਘਰ ਵਿੱਚ ਹੀ ਕੰਮ ਕਰਦੀ ਹੋਵੇ। ਤੇ ਉਸਨੇ ਸਾਡੇ ਪੂਰੇ ਘਰ ਨੂੰ ਸੰਭਾਲ ਲਿਆ ਸੀ, ਕਿਉਂਕਿ ਮੇਰੀ ਘਰ ਵਾਲੀ ਤਾਂ ਜ਼ਿਆਦਾ ਬਿਮਾਰ ਹੀ ਰਹਿੰਦੀ ਸੀ ਤੇ ਉਹ ਜ਼ਿਆਦਾ ਮੰਜੇ ਤੇ ਹੀ ਪਈ ਰਹਿੰਦੀ ਸੀ। ਪਹਿਲਾਂ ਵੀ ਮੈਂ ਹੀ ਜ਼ਿਆਦਾ ਆਪ ਹੀ ਕੰਮ ਕਰਦਾ ਸੀ। ਸਾਡੇ ਘਰ ਵਿੱਚ ਮੇਰੇ ਤੇ ਮੇਰੇ ਘਰ ਵਾਲੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਉਸ ਕੁੜੀ ਦੇ ਆਉਣ ਨਾਲ ਮੇਰੀ ਘਰ ਵਾਲੀ ਵੀ ਪੂਰੀ ਖੁਸ਼ ਸੀ, ਕਿਉਂਕਿ ਇੱਕ ਤਾਂ ਮੇਰੀ ਘਰ ਵਾਲੀ ਨੂੰ ਉਸਦਾ ਸਾਥ ਮਿਲ ਗਿਆ ਸੀ, ਕਿਉਂਕਿ ਮੈਂ ਤਾਂ ਕੰਮ ਤੇ ਚਲਾ ਜਾਂਦਾ ਸੀ ਤੇ ਬਾਅਦ ਵਿੱਚ ਉਹ ਘਰ ਵਿੱਚ ਇਕੱਲੀ ਹੀ ਰਹਿ ਜਾਂਦੀ ਸੀ। ਦੂਜਾ, ਉਹ ਮੇਰੀ ਘਰ ਵਾਲੀ ਦੇ ਕਹਿਣ ਮੁਤਾਬਕ ਹੀ ਘਰ ਦਾ ਸਾਰਾ ਕੰਮ ਕਰ ਲੈਂਦੀ ਸੀ। ਮੇਰੀ ਘਰ ਵਾਲੀ ਨੂੰ ਹੁਣ ਕੰਮ ਦਾ ਵੀ ਕੋਈ ਫਿਕਰ ਨਹੀਂ ਸੀ। ਜਦੋਂ ਉਹ ਸਾਡੀ ਰਸੋਈ ਵਿੱਚ ਕੰਮ ਕਰਦੀ ਤਾਂ ਮੈਂ ਆਨੀ ਬਹਾਨੀ ਰਸੋਈ ਵਿੱਚ ਚਲਾ ਜਾਂਦਾ। ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਉਸ ਨੂੰ ਆਪਣੇ ਹੱਥਾਂ ਵਿੱਚ ਲੈ ਲਵਾਂ। ਮੇਰੀ ਤਾਂ ਨਜ਼ਰ ਸਾਰਾ ਦਿਨ ਉਸ ਦੇ ਖੂਬਸੂਰਤ ਸਰੀਰ ਤੇ ਹੀ ਟਿਕੀ ਰਹਿੰਦੀ ਸੀ। ਉਸ ਨੂੰ ਆਈ ਹੋਈ ਨੂੰ ਹਜੇ ਦੂਜਾ ਹੀ ਦਿਨ ਸੀ ਤੇ ਮੈਂ ਕੋਮਲ ਨੂੰ ਕਿਹਾ ਮੇਰੇ ਲਈ ਚਾਹ ਬਣਾ ਦੇ ਤੇ ਉਹ ਚਾਹ ਬਣਾਉਣ ਦੇ ਲਈ ਕਿਚਨ ਵਿੱਚ ਚਲੀ ਗਈ। ਜਦੋਂ ਉਹ ਕਿਚਨ ਵਿੱਚ ਚਾਹ ਬਣਾਉਣ ਲਈ ਗਈ ਤਾਂ ਮੇਰੀ ਘਰ ਵਾਲੀ ਛੱਤ ਤੇ ਸੀ ਤੇ ਉਹ ਕਣਕ ਨੂੰ ਧੋ ਕੇ ਸੁਕਾ ਰਹੀ ਸੀ ਤਾਂ ਕਿ ਆਟਾ ਬਣਾ ਸਕੇ। ਮੈਂ ਤਾਂ ਮੌਕੇ ਦਾ ਫਾਇਦਾ ਉਠਾ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਤੇ ਮੈਂ ਉਸ ਦੇ ਸਰੀਰ ਨੂੰ ਇਸ ਤਰ੍ਹਾਂ ਤੱਕਣ ਲੱਗਾ ਜਿਵੇਂ ਮੈਂ ਪਹਿਲਾਂ ਕਦੇ ਕੋਈ ਕੁੜੀ ਹੀ ਨਾ ਦੇਖੀ ਹੋਵੇ। ਜਦੋਂ ਮੈਂ ਉਸਦੇ ਸਰੀਰ ਨੂੰ ਇਸ ਤਰ੍ਹਾਂ ਦੇਖ ਰਿਹਾ ਸੀ ਤਾਂ ਉਹ ਪਰੇਸ਼ਾਨ ਹੋ ਗਈ ਤੇ ਉੱਠ ਕੇ ਬਾਹਰ ਜਾਣ ਲੱਗੀ। ਤਾਂ ਮੈਂ ਉਸ ਨੂੰ ਕਿਹਾ ਕਿ ਕੀ ਗੱਲ ਕੋਮਲ? ਤਾਂ ਉਹ ਕਹਿਣ ਲੱਗੀ ਕਿ ਕੋਈ ਗੱਲ ਨਹੀਂ, ਮੈਨੂੰ ਬਾਹਰ ਕੰਮ ਹੈ। ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਤੈਨੂੰ ਇਸ ਲਈ ਆਪਣੇ ਕੋਲ ਬੁਲਾਇਆ ਸੀ ਕਿ ਮੈਂ ਤੈਨੂੰ ਪੁੱਛਦਾ ਸੀ ਕਿ ਤੂੰ ਅੱਜ ਮੇਰੇ ਨਾਲ ਸ਼ਾਮ ਨੂੰ ਬਾਹਰ ਆਈਸਕ੍ਰੀਮ ਖਾਣ ਜਾਵੇਂਗੀ। ਜਦੋਂ ਉਸਨੇ ਮੇਰੇ ਮੂੰਹੋਂ ਇਹ ਗੱਲ ਸੁਣੀ ਤਾਂ ਉਹ ਖੁਸ਼ੀ ਨਾਲ ਪਾਗਲ ਹੋ ਗਈ ਤੇ ਕਹਿਣ ਲੱਗੀ ਹਾਂ ਅੰਕਲ, ਮੈਨੂੰ ਆਈਸਕ੍ਰੀਮ ਬਹੁਤ ਪਸੰਦ ਹੈ। ਤੇ ਉਸਨੇ ਸ਼ਰਮਾਉਂਦੀ ਹੋਈ ਨੇ ਖੁਸ਼ੀ ਵਿੱਚ ਮੇਰਾ ਹੱਥ ਫੜ ਲਿਆ। ਉਸਨੇ ਤਾਂ ਆਈਸਕ੍ਰੀਮ ਦਾ ਨਾਮ ਸੁਣ ਕੇ ਉਹਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਜਿਵੇਂ ਕੋਈ ਉਸ ਨੂੰ ਵੱਡੀ ਖੁਸ਼ਖਬਰੀ ਮਿਲ ਗਈ ਹੋਵੇ। ਮੈਂ ਵੀ ਬਸ ਮੌਕੇ ਦੀ ਤਲਾਸ਼ ਵਿੱਚ ਸੀ ਕਿ ਕਦੋਂ ਕੋਮਲ ਮੇਰੇ ਕੋਲ ਇਕੱਲੀ ਹੋਵੇ ਤੇ ਮੈਂ ਆਪਣੀ ਭੁੱਖ ਨੂੰ ਪੂਰਾ ਕਰ ਸਕਾਂ। ਪਰ ਮੇਰੇ ਨਾਲ ਜੋ ਹੋਇਆ, ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਮੈਂ ਤੇ ਮੇਰੀ ਘਰ ਵਾਲੀ ਅਸੀਂ ਇਸ ਘਰ ਵਿੱਚ ਕਾਫੀ ਟਾਈਮ ਤੋਂ ਰਹਿ ਰਹੇ ਸੀ। ਅਸੀਂ ਨੌਕਰੀ ਦੀ ਵਜ੍ਹਾ ਕਰਕੇ ਇਸ ਸ਼ਹਿਰ ਵਿੱਚ ਆਏ ਹੋਏ ਸੀ। ਸਾਡੀ ਗੁਆਂਢਣ ਪੁਸ਼ਪਾ ਵੀ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੀ ਸੀ। ਉਸਦਾ ਸਾਡੇ ਨਾਲ ਬਹੁਤ ਜ਼ਿਆਦਾ ਆਉਣਾ ਜਾਣਾ ਵੱਧ ਗਿਆ ਸੀ। ਉਹ ਗਰੀਬ ਸੀ ਤੇ ਉੱਪਰੋਂ ਵਿਧਵਾ ਸੀ। ਮੇਰੀ ਘਰ ਵਾਲੀ ਅਕਸਰ ਹੀ ਪੁਸ਼ਪਾ ਦੀ ਮਦਦ ਕਰ ਦਿੰਦੀ ਸੀ ਤੇ ਉਹ ਹਮੇਸ਼ਾ ਹੀ ਉਸ ਨੂੰ ਮੇਰੇ ਤੋਂ ਚੋਰੀ ਚੋਰੀ ਪੈਸੇ ਦੇ ਦਿੰਦੀ ਸੀ। ਮੈਂ ਉਸ ਨੂੰ ਇਸ ਗੱਲ ਤੋਂ ਲੜਦਾ ਝਗੜਦਾ ਰਹਿੰਦਾ ਸੀ ਕਿ ਤੂੰ ਕਿੰਨਾ ਟਾਈਮ ਉਸ ਦੀ ਮਦਦ ਕਰੇਂਗੀ, ਕਿਉਂਕਿ ਉਹਨਾਂ ਦੀ ਇਹ ਸਮੱਸਿਆ ਤਾਂ ਖਤਮ ਹੋਣ ਵਾਲੀ ਨਹੀਂ ਸੀ। ਮੇਰੀ ਘਰ ਵਾਲੀ ਮੈਨੂੰ ਕਹਿੰਦੀ ਕਿ ਆਪਣੇ ਕੋਲ ਤਾਂ ਬਹੁਤ ਕੁਝ ਹੈ, ਜੇਕਰ ਆਪਾਂ ਉਹਨਾਂ ਦੀ ਥੋੜ੍ਹੀ ਜਿਹੀ ਮਦਦ ਕਰ ਦੇਵਾਂਗੇ ਤਾਂ ਫਿਰ ਕੀ ਹੋ ਜਾਵੇਗਾ। ਮੈਂ ਬਹੁਤ ਹੀ ਮਨਮੌਜੀ ਕਿਸਮ ਦਾ ਬੰਦਾ ਸੀ। ਮੈਨੂੰ ਕਿਸੇ ਅਨਾਥ ਤੇ ਵਿਧਵਾ ਨਾਲ ਕੋਈ ਹਮਦਰਦੀ ਨਹੀਂ ਸੀ। ਇੱਕ ਦਿਨ ਉਹ ਆਪਣੀ ਬੇਟੀ ਦੇ ਨਾਲ ਸਾਡੇ ਘਰ ਆਈ ਸੀ ਤੇ ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਤੇ ਉਸ ਨੂੰ ਪੈਸਿਆਂ ਦੀ ਲੋੜ ਸੀ ਤੇ ਉਹ ਮੇਰੀ ਘਰ ਵਾਲੀ ਤੋਂ ਪੈਸੇ ਮੰਗਣ ਲੱਗੀ। ਪਰ ਮੈਂ ਉਸ ਦਿਨ ਉਸ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ। ਮੈਂ ਕਿਹਾ ਕਿ ਤੁਸੀਂ ਕੋਈ ਕੰਮ ਕਰ ਲਵੋ, ਤੁਸੀਂ ਹਰ ਰੋਜ਼ ਹੀ ਮੂੰਹ ਚੱਕ ਕੇ ਸਾਡੇ ਘਰ ਪੈਸੇ ਮੰਗਣ ਆ ਜਾਂਦੀ ਹੋ। ਮੈਂ ਉਹਨਾਂ ਨੂੰ ਬਹੁਤ ਹੀ ਬੇਇੱਜ਼ਤੀ ਕੀਤੀ ਤੇ ਪਰ ਮੇਰੀ ਘਰ ਵਾਲੀ ਦੇ ਕੋਲ ਜਿਹੜੇ ਥੋੜ੍ਹੇ ਬਹੁਤੇ ਪੈਸੇ ਸੀ ਉਹ ਉਸਨੇ ਪੁਸ਼ਪਾ ਨੂੰ ਦੇ ਦਿੱਤੇ ਤੇ ਉਸ ਨੂੰ ਕਿਹਾ ਕਿ ਤੂੰ ਹੁਣ ਸਾਡੇ ਘਰੋਂ ਚਲੀ ਜਾ ਤੇ ਇੰਨੇ ਪੈਸਿਆਂ ਨਾਲ ਹੀ ਆਪਣਾ ਗੁਜ਼ਾਰਾ ਕਰ ਲੈ। ਪਰ ਮੈਨੂੰ ਨਹੀਂ ਪਤਾ ਸੀ ਇਸ ਤਰ੍ਹਾਂ ਮੇਰੀ ਉਹਨਾਂ ਦੀ ਕੀਤੀ ਹੋਈ ਬੇਇੱਜ਼ਤੀ ਦਾ ਬਦਲਾ ਮੈਨੂੰ ਇੱਕ ਦਿਨ ਬਹੁਤ ਮਹਿੰਗਾ ਪਵੇਗਾ। ਕੋਮਲ ਉਦੋਂ 15 ਕੁ ਸਾਲਾਂ ਦੀ ਸੀ ਤੇ ਉਸ ਨੂੰ ਪੂਰੀ ਸਮਝ ਸੀ ਕਿ ਉਸਨੇ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਉਸ ਤੋਂ ਬਾਅਦ ਉਸਨੇ ਕਦੇ ਵੀ ਆਪਣੀ ਮਾਂ ਨੂੰ ਸਾਡੇ ਘਰ ਨਹੀਂ ਸੀ ਆਉਣ ਦਿੱਤਾ। ਉਹ ਸਮੇਂ ਦੇ ਨਾਲ ਨਾਲ ਸਮਝਦਾਰ ਹੁੰਦੀ ਗਈ, ਕਿਉਂਕਿ ਉਸ ਦੇ ਸਿਰ ਤੇ ਤਾਂ ਪਿਓ ਵੀ ਨਹੀਂ ਸੀ
ਸਿਰਫ ਮਾਂ ਹੀ ਸੀ। ਮੈਂ ਜਦੋਂ ਉਸ ਦੀ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਸੀ ਤਾਂ ਕੋਮਲ ਨੇ ਸਾਰੀਆਂ ਗੱਲਾਂ ਆਪਣੇ ਦਿਮਾਗ ਵਿੱਚ ਹੀ ਰੱਖੀਆਂ ਸੀ। ਸਮਾਂ ਇਸੇ ਤਰ੍ਹਾਂ ਲੰਘਦਾ ਗਿਆ ਤੇ ਕੋਮਲ ਹੁਣ ਦਿਨੋਂ ਦਿਨ ਜਵਾਨ ਹੁੰਦੀ ਗਈ। ਜਦੋਂ ਮੈਂ ਆਨੀ ਬਹਾਨੇ ਉਸ ਦੀ ਮਾਂ ਵੱਲ ਦੇਖਦਾ ਜਾਂ ਉਹਨਾਂ ਦੇ ਘਰ ਦੇ ਮੂਹਰੋਂ ਲੰਘਣ ਲੱਗਿਆ ਉਸ ਦੀ ਮਾਂ ਨੂੰ ਦੇਖਦਾ ਤਾਂ ਕੋਮਲ ਮੇਰੇ ਨਾਲ ਬਹੁਤ ਹੀ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੀ ਸੀ। ਇਸ ਗੱਲ ਨੂੰ ਹੁਣ ਕਈ ਸਾਲ ਲੰਘ ਚੁੱਕੇ ਸਨ ਤੇ ਹੁਣ ਕੋਮਲ 18 ਸਾਲਾਂ ਦੀ ਹੋ ਚੁੱਕੀ ਸੀ। ਮੈਂ ਤਾਂ ਇਸ ਗੱਲ ਨੂੰ ਭੁੱਲ ਵੀ ਚੁੱਕਿਆ ਸੀ, ਪਰ ਮੈਂ ਕੁਝ ਸਾਲ ਪਹਿਲਾਂ ਉਹਨਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਸੀ। ਪਰ ਕੋਮਲ ਦੇ ਉਹ ਗੱਲ ਦਿਮਾਗ ਵਿੱਚ ਅਜੇ ਵੀ ਖੁੱਭੀ ਸੀ। ਹੁਣ ਤਾਂ ਕੋਮਲ ਜਦੋਂ ਜਵਾਨ ਹੋਈ ਤਾਂ ਹੁਣ ਉਹ ਵੀ ਮੇਰੇ ਨਾਲ ਅਜੀਬ ਜਿਹੀਆਂ ਨਜ਼ਰਾਂ ਨਾਲ ਹੀ ਦੇਖਦੀ ਸੀ। ਮੈਂ ਤਾਂ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਪਾਗਲ ਹੀ ਹੋ ਗਿਆ ਸੀ ਤੇ ਬਾਕੀ ਸਾਰੀਆਂ ਗੱਲਾਂ ਭੁੱਲ ਗਿਆ ਸੀ। ਹੁਣ ਤਾਂ ਉਹਨਾਂ ਦੇ ਘਰ ਦੇ ਹਾਲਾਤ ਵੀ ਕੁਝ ਚੰਗੇ ਸਨ, ਕਿਉਂਕਿ ਕੋਮਲ ਦੀ ਮਾਂ ਹੁਣ ਕੱਪੜੇ ਸਿਲਾਈ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਤੇ ਕੋਮਲ ਵੀ ਆਪਣੀ ਮਾਂ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਕੋਮਲ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ। ਉਹ ਜਦੋਂ ਵੀ ਮੇਰੇ ਵੱਲ ਦੇਖਦੀ ਤਾਂ ਮੈਂ ਆਪਣੀਆਂ ਸਾਰੀਆਂ ਹੱਦਾਂ ਪਾਰ ਕਰਨਾ ਚਾਹੁੰਦਾ ਸੀ ਤੇ ਉਸ ਨੂੰ ਮੈਂ ਇੱਕ ਵਾਰ ਹਾਸਲ ਕਰਨਾ ਚਾਹੁੰਦਾ ਸੀ। ਉਹ ਵੀ ਮੇਰੀ ਨੀਅਤ ਨੂੰ ਜਾਣ ਚੁੱਕੀ ਸੀ। ਇੱਕ ਦਿਨ ਉਸਨੇ ਮੇਰੀ ਕਮਜ਼ੋਰੀ ਦਾ ਫਾਇਦਾ ਚੁੱਕਿਆ ਤੇ ਮੇਰੇ ਸਾਹਮਣੇ ਇਸ ਹਾਲਤ ਵਿੱਚ ਆ ਗਈ ਕਿ ਮੇਰੇ ਤੋਂ ਆਪਣੇ ਆਪ ਤੇ ਕੰਟਰੋਲ ਨਾ ਹੋ ਸਕਿਆ। ਫਿਰ ਮੈਂ ਉਸ ਦਿਨ ਆਪਣੀ ਘਰਵਾਲੀ ਦੇ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਮੇਰੀ ਘਰਵਾਲੀ ਤਾਂ ਨਸ਼ੇ ਦੇ ਵਿੱਚ ਸੌਂ ਗਈ ਤੇ ਮੈਂ ਸਾਰੀ ਰਾਤ ਕੋਮਲ ਦੇ ਨਾਲ ਹੀ ਬਿਤਾਉਣਾ ਚਾਹੁੰਦਾ ਸੀ। ਜਦੋਂ ਮੇਰੀ ਘਰਵਾਲੀ ਗਹਿਰੀ ਨੀਂਦ ਵਿੱਚ ਸੌਂ ਗਈ ਤਾਂ ਮੈਂ ਉੱਠ ਕੇ ਕੋਮਲ ਦੇ ਕਮਰੇ ਵਿੱਚ ਚਲਾ ਗਿਆ। ਉਹ ਮੈਨੂੰ ਦੇਖ ਕੇ ਮਿੱਠੀ ਜਿਹੀ ਹਾਸੀ ਹੱਸੀ। ਜਦੋਂ ਮੈਂ ਉਸ ਦੇ ਕੋਲ ਗਿਆ ਤਾਂ ਉਹ ਮੇਰੇ ਤੋਂ ਪਿਛਾਂਹ ਨੂੰ ਹਟ ਗਈ। ਮੈਂ ਸਾਰੀਆਂ ਹੱਦਾਂ ਪਾਰ ਕਰਨ ਲੱਗਿਆ ਤਾਂ ਜਦੋਂ ਮੈਂ ਅੱਗੇ ਵਧਣ ਲੱਗਿਆ ਹੀ ਸੀ ਤਾਂ ਉਸਨੇ ਆਪਣੀ ਜਾਨ ਬਚਾਉਣ ਦੇ ਲਈ ਮੇਰੀਆਂ ਮਿੰਨਤਾਂ ਕਰਨ ਲੱਗੀ ਤੇ ਮੇਰੇ ਅੱਗੇ ਹੱਥ ਪੈਰ ਮਾਰਨ ਲੱਗੀ। ਮੈਂ ਤਾਂ ਹੈਰਾਨ ਸੀ ਕਿ ਇੱਕ ਪਾਸੇ ਤਾਂ ਉਹ ਮੇਰੇ ਕਰੀਬ ਆਉਣਾ ਚਾਹੁੰਦੀ ਸੀ, ਪਰ ਉਹ ਅੱਜ ਇਸ ਤਰ੍ਹਾਂ ਕਿਉਂ ਕਰ ਰਹੀ ਸੀ। ਫਿਰ ਮੈਂ ਉਸ ਦੇ ਨਾਲ ਜ਼ਬਰਦਸਤੀ ਕੀਤੀ ਤੇ ਉਸ ਨੂੰ ਹਾਸਲ ਕਰ ਹੀ ਲਿਆ ਤੇ ਮੈਂ ਉਸ ਤੋਂ ਬਾਅਦ ਬਾਥਰੂਮ ਵਿੱਚ ਚਲਾ ਗਿਆ। ਜਦੋਂ ਮੈਂ ਬਾਥਰੂਮ ਤੋਂ ਬਾਹਰ ਨਿਕਲਿਆ ਤਾਂ ਮੇਰਾ ਤਾਂ ਦਿਮਾਗ ਹੀ ਹਿੱਲ ਗਿਆ, ਕਿਉਂਕਿ ਕੋਮਲ ਦੇ ਹੱਥ ਵਿੱਚ ਇੱਕ ਮੋਬਾਈਲ ਫੜਿਆ ਹੋਇਆ ਸੀ ਤੇ ਉਸ ਮੋਬਾਈਲ ਵਿੱਚ ਮੇਰੀ ਪੂਰੀ ਵੀਡੀਓ ਬਣ ਚੁੱਕੀ ਸੀ, ਜਿਸ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਕੋਮਲ ਦੇ ਨਾਲ ਜ਼ਬਰਦਸਤੀ ਇਹ ਸਭ ਕੁਝ ਕੀਤਾ ਸੀ ਤੇ ਕੋਮਲ ਮੇਰੇ ਸਾਹਮਣੇ ਤਰਲੇ ਮਿੰਨਤਾਂ ਕੱਢ ਰਹੀ ਸੀ। ਜਦੋਂ ਮੈਂ ਇਹ ਸਭ ਕੁਝ ਦੇਖਿਆ ਤਾਂ ਮੈਂ ਕੋਮਲ ਦੇ ਮੂੰਹ ਵੱਲ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਉਹ ਮੈਨੂੰ ਦੇਖ ਕੇ ਹੱਸ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਕਿ ਇਹ ਵੀਡੀਓ ਮੇਰੇ ਮੋਬਾਈਲ ਵਿੱਚ ਹੀ ਨਹੀਂ ਬਲਕਿ ਇਹ ਤਾਂ ਮੇਰੀ ਮਾਂ ਦੇ ਮੋਬਾਈਲ ਵਿੱਚ ਵੀ ਪਹੁੰਚ ਚੁੱਕੀ ਹੈ। ਜੇ ਤੁਸੀਂ ਆਪਣੀ ਘਰਵਾਲੀ ਦੇ ਸਾਹਮਣੇ ਆਪਣੀ ਇੱਜ਼ਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੀ ਮਦਦ ਕਰਨੀ ਪਵੇਗੀ। ਉਹ ਮੇਰੇ ਨਾਲ ਇਹ ਗੱਲ ਪੂਰੀ ਨਫ਼ਰਤ ਵਿੱਚ ਕਰ ਰਹੀ ਸੀ। ਤੁਸੀਂ ਇੱਕ ਅਨਾਥ ਬੱਚੇ ਦੀ ਮਦਦ ਕਰਨੀ ਤੇ ਇੱਕ ਵਿਧਵਾ ਔਰਤ ਦੀ ਮਦਦ ਕਰਨ ਵੇਲੇ ਤਾਂ ਤੁਹਾਡੀ ਜਾਨ ਨਿਕਲ ਜਾਂਦੀ ਹੈ ਤੇ ਤੁਸੀਂ ਉਸ ਦੇ ਸਰੀਰ ਨੂੰ ਤਾਂ ਭੁੱਖੇ ਭੇੜੀਏ ਦੀ ਤਰ੍ਹਾਂ ਖਾਣਾ ਚਾਹੁੰਦੇ ਹੋ। ਕੋਮਲ ਨੇ ਤਾਂ ਪੂਰੀ ਖੇਡ ਰਚੀ ਹੋਈ ਸੀ ਤੇ ਉਸਨੇ ਤਾਂ ਮੈਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ। ਉਹ ਮੇਰੇ ਤੋਂ ਬਦਲਾ ਲੈਣਾ ਚਾਹੁੰਦੀ ਸੀ, ਕਿਉਂਕਿ ਉਸ ਦਿਨ ਮੈਂ ਉਸ ਦੀ ਮਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਸੀ ਜਿਸ ਦਿਨ ਉਹ ਸਾਡੇ ਘਰੋਂ ਪੈਸੇ ਲੈਣ ਦੇ ਲਈ ਆਈ ਸੀ। ਪਰ ਜਦੋਂ ਮੈਂ ਉਸ ਦੀ ਮਾਂ ਨੂੰ ਆਨੀ ਬਹਾਨੀ ਛੇੜਦਾ ਰਹਿੰਦਾ ਸੀ ਤਾਂ ਉਦੋਂ ਵੀ ਕੋਮਲ ਮੈਨੂੰ ਦੇਖਦੀ ਰਹਿੰਦੀ ਸੀ ਤੇ ਉਸ ਦੇ ਅੰਦਰ ਪੂਰੀ ਤਰ੍ਹਾਂ ਮੇਰੇ ਲਈ ਨਫ਼ਰਤ ਭਰ ਚੁੱਕੀ ਸੀ। ਇਸੇ ਕਰਕੇ ਉਸਨੇ ਇਸ ਤਰ੍ਹਾਂ ਸਾਰਾ ਜਾਲ ਬੁਣਿਆ ਸੀ ਤੇ ਮੈਨੂੰ ਆਪਣੇ ਜਾਲ ਵਿੱਚ ਫਸਾ ਲਿਆ। ਫਿਰ ਕੋਮਲ ਮੈਨੂੰ ਕਹਿਣ ਲੱਗੀ ਕਿ ਹੁਣ ਤੁਹਾਨੂੰ ਸਾਡੇ ਘਰ ਦਾ ਸਾਰਾ ਖਰਚਾ ਚੁੱਕਣਾ ਪਵੇਗਾ। ਜੇਕਰ ਤੁਸੀਂ ਇਹ ਕਰਨ ਲਈ ਨਹੀਂ ਤਿਆਰ ਤਾਂ ਮੈਂ ਇਹ ਵੀਡੀਓ ਪੁਲਿਸ ਨੂੰ ਦਿਖਾ ਦੇਵਾਂਗੀ ਤੇ ਤੁਹਾਡੇ ਤੇ ਰੇਪ ਦਾ ਕੇਸ ਵੀ ਕਰ ਦੇਵਾਂਗੀ। ਉੱਪਰੋਂ ਤੁਹਾਡੀ ਪਤਨੀ ਵੀ ਤੁਹਾਡੇ ਤੋਂ ਦੂਰ ਚਲੀ ਜਾਵੇਗੀ। ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ, ਪਰ ਮੇਰੇ ਵਿੱਚ ਹੰਕਾਰ ਬਹੁਤ ਜ਼ਿਆਦਾ ਸੀ। ਮੈਂ ਕਿਸੇ ਵੀ ਬੇਸਹਾਰੇ ਬੰਦੇ ਨੂੰ ਸਹਾਰਾ ਨਹੀਂ ਸੀ ਦੇਣਾ ਚਾਹੁੰਦਾ। ਪੁਸ਼ਪਾ ਇੱਕ ਗਰੀਬ ਔਰਤ ਜ਼ਰੂਰ ਸੀ, ਪਰ ਫਿਰ ਵੀ ਉਹ ਜਦੋਂ ਵੀ ਸਾਡੇ ਤੋਂ ਉਧਾਰ ਪੈਸੇ ਲੈਂਦੇ ਸੀ ਤਾਂ ਵਿਆਜ ਸਮੇਤ ਮੇਰੀ ਘਰਵਾਲੀ ਨੂੰ ਦੇ ਕੇ ਜਾਂਦੇ ਸੀ। ਪਰ ਮੈਨੂੰ ਫਿਰ ਵੀ ਉਸ ਤੋਂ ਬਹੁਤ ਜ਼ਿਆਦਾ ਨਫ਼ਰਤ ਸੀ ਕਿ ਉਹ ਸਾਡੇ ਘਰ ਪੈਸੇ ਮੰਗਣ ਕਿਉਂ ਆਉਂਦੀ ਹੈ। ਉਹ ਮੇਰੇ ਕਹਿਣ ਦੇ ਮੁਤਾਬਕ ਨਹੀਂ ਸੀ ਚੱਲਦੀ। ਮੈਂ ਪੁਸ਼ਪਾ ਦੇ ਨਾਲ ਆਪਣੇ ਸਬੰਧ ਬਣਾਉਣਾ ਚਾਹੁੰਦਾ ਸੀ, ਪਰ ਪੁਸ਼ਪਾ ਮੇਰੇ ਤੋਂ ਦੂਰ ਭੱਜਦੀ ਸੀ। ਇਸੇ ਕਰਕੇ ਮੈਨੂੰ ਪੁਸ਼ਪਾ ਦੇ ਨਾਲ ਨਫ਼ਰਤ ਸੀ। ਜੇਕਰ ਉਹ ਮੇਰੀ ਗੱਲ ਮੰਨ ਲੈਂਦੀ ਤਾਂ ਮੈਂ ਉਸ ਨੂੰ ਪੈਸੇ ਦੇਣ ਤੋਂ ਕਦੇ ਵੀ ਇਨਕਾਰ ਨਾ ਕਰਦਾ, ਪਰ ਉਸਨੇ ਮੇਰੀ ਗੱਲ ਨਾ ਮੰਨੀ।
ਇਸੇ ਗੁੱਸੇ ਵਿੱਚ ਮੈਂ ਉਸ ਦਿਨ ਉਸਦੀ ਬੇਇੱਜ਼ਤੀ ਕੀਤੀ ਸੀ ਤੇ ਆਪਣੇ ਘਰ ਵਿੱਚੋਂ ਜਾਣ ਲਈ ਕਹਿ ਦਿੱਤਾ। ਪਰ ਉਸਦੀ ਕੁੜੀ ਕੋਮਲ ਨੇ ਆਪਣੇ ਦਿਮਾਗ ਵਿੱਚ ਮੇਰੇ ਲਈ ਨਫ਼ਰਤ ਭਰ ਲਈ ਸੀ ਤੇ ਉਹ ਮੇਰੇ ਤੋਂ ਬਦਲਾ ਲੈਣਾ ਚਾਹੁੰਦੀ ਸੀ। ਇਸੇ ਕਰਕੇ ਉਸਨੇ ਮੇਰੇ ਨਾਲ ਇਹ ਚਾਲ ਚੱਲੀ ਤੇ ਮੈਨੂੰ ਆਪਣੇ ਜਾਲ ਵਿੱਚ ਫਸਾ ਲਿਆ। ਹੁਣ ਮੈਂ ਮਜਬੂਰ ਸੀ ਤੇ ਉਸਨੇ ਮੇਰੀ ਮਜਬੂਰੀ ਦਾ ਫਾਇਦਾ ਚੁੱਕਿਆ। ਮੇਰੀ ਤਾਂ ਜਾਨ ਉਸ ਟਾਈਮ ਨਿਕਲ ਗਈ ਜਦੋਂ ਕੋਮਲ ਨੇ ਕਿਹਾ ਕਿ ਤੁਹਾਡੇ ਕੋਲ ਜਿਹੜਾ ਪਲਾਂਟ ਹੈ ਉਹ ਵੀ ਮੇਰੀ ਮਾਂ ਦੇ ਨਾਮ ਹੀ ਲਗਾਉਣਾ ਪਵੇਗਾ। ਜੇਕਰ ਤੁਸੀਂ ਪਲਾਟ ਮੇਰੀ ਮਾਂ ਦੇ ਨਾਮ ਨਾ ਕਰਿਆ ਤਾਂ ਮੈਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦੇਵਾਂਗੀ ਤੇ ਤੁਹਾਡੇ ਤੇ ਰੇਪ ਦਾ ਕੇਸ ਵੀ ਕਰ ਦੇਵਾਂਗੀ। ਤੁਸੀਂ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਕੱਟੋਗੇ। ਮੈਂ ਮਜਬੂਰ ਸੀ, ਮੈਂ ਹੁਣ ਕੁਝ ਵੀ ਨਹੀਂ ਸੀ ਕਰ ਸਕਦਾ। ਮੈਨੂੰ ਮਜਬੂਰੀ ਦੇ ਵਿੱਚ ਉਹਨਾਂ ਦੇ ਘਰ ਦਾ ਖਰਚਾ ਵੀ ਚੁੱਕਣਾ ਪਿਆ ਤੇ ਉਹ ਪਲਾਂਟ ਵੀ ਉਸਦੀ ਮਾਂ ਦੇ ਨਾਮ ਲਗਵਾਉਣਾ ਪਿਆ। ਕਈ ਵਾਰ ਪੈਸਾ ਬੰਦੇ ਨੂੰ ਇੱਥੋਂ ਤੱਕ ਗਿਰਾ ਦਿੰਦਾ ਕਿ ਉਸਨੂੰ ਸਭ ਕੁਝ ਹੀ ਭੁੱਲ ਜਾਂਦਾ ਹੈ। ਪਰ ਸਾਨੂੰ ਕਦੇ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ। ਆਖਰ ਗਰੀਬ ਦੀ ਵੀ ਓਨੀ ਹੀ ਇੱਜ਼ਤ ਹੈ ਜਿੰਨੀ ਅਮੀਰ ਦੀ। ਕਿਸੇ ਦੀ ਗਰੀਬੀ ਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ। ਆਖਰ ਗਰੀਬ ਦੀ ਧੀ ਦੀ ਵੀ ਇੱਜ਼ਤ ਓਨੀ ਹੈ ਜਿੰਨੀ ਅਮੀਰ ਦੀ। ਹਾਂਜੀ ਦੋਸਤੋ, ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ? ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਸੁਣਨ ਨੂੰ ਮਿਲੇ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।